ਤਾਂ ਪੈਂਦਾ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲਾ ਤੋਂ। ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਉਹ ਦੋਸਤ ਜੋ ਸਿੱਧੂ ਮੂਸੇਵਾਲਾ ਨਾਲ ਉਸ ਥਾਰ ਦੇ ਵਿੱਚ ਮੌਜੂਦ ਸੀ ਜਿਸ ਦੇ ਵਿੱਚ ਸਿੱਧੂ ਵੀ ਮੌਜੂਦ ਸੀ, ਜਿਸ ਦੇ ਉੱਤੇ ਫਾਇਰਿੰਗ ਕੀਤੀ ਗਈ, ਜਿਸ ਦੀ ਡਰਾਈਵਿੰਗ ਕਰਦੇ ਸਮੇਂ ਸਿੱਧੂ ਤੇ ਫਾਇਰਿੰਗ ਕਰਕੇ ਉਸ ਦੀ ਮੌਤ ਹੋ ਗਈ। ਸਿੱਧੂ ਮੂਸੇਵਾਲਾ ਦੇ ਦੋਸਤ ਜੋ ਜ਼ਖਮੀ ਨੇ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਉਹਨਾਂ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਤੇ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਕੋਲ। ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਨੇ ਤੇ ਉਹ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਿੱਛਾ ਜੋ ਗੱਡੀ ਕਰ ਰਹੀ ਸੀ ਉਸ ਦਾ ਅਹਿਸਾਸ ਸਾਨੂੰ ਹੋ ਚੁੱਕਾ ਸੀ। ਸਿੱਧੂ ਮੂਸੇਵਾਲਾ ਨੂੰ ਅਗਾਹ ਕਰ ਦਿੱਤਾ ਗਿਆ ਸੀ। ਪਹਿਲਾਂ ਮੂਸੇਵਾਲਾ ਨੇ ਕਿਹਾ ਇਹ ਫੈਨ ਨੇ, ਮੂਸੇਵਾਲਾ ਨੇ ਪਹਿਲਾਂ ਪਜੈਰੋ ਕੱਢੀ ਸੀ, ਪਜੈਰੋ ਦਾ ਟਾਇਰ ਪੰਚਰ ਸੀ ਤਾਂ ਪੂਰਾ ਸੀਕੁਐਂਸ ਦੱਸਿਆ ਗਿਆ ਕਿ ਆਖਿਰ ਉਸ ਦਿਨ ਹੋਇਆ ਕੀ। 5 ਵਜੇ ਤੋਂ ਲੈ ਕੇ 5:30 ਵਜੇ ਤੱਕ ਕਰੀਬ ਅੱਧੇ ਘੰਟੇ ਦੇ ਵਿੱਚ ਸਿੱਧੂ ਦੇ ਮਾਪਿਆਂ ਦੀ, ਸਿੱਧੂ ਦੇ ਪ੍ਰਸ਼ੰਸਕਾਂ ਦੀ ਜਿਸ ਅੱਧੇ ਘੰਟੇ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਉਸ ਅੱਧੇ ਘੰਟੇ ਦੇ ਵਿੱਚ ਕੀ ਹੋਇਆ, ਉਸ 30 ਮਿੰਟ ਦੇ ਵਿੱਚ ਕੀ ਹੋਇਆ, ਸਿੱਧੂ ਦੇ ਘਰ ਨਿਕਲਣ ਤੋਂ ਲੈ ਕੇ ਉਸ ਵਾਰਦਾਤ ਵਾਲੀ ਥਾਂ ਦੇ ਉੱਤੇ ਪਹੁੰਚਣ ਤੱਕ ਕੀ ਹੋਇਆ, ਸਿੱਧੂ ਦੇ ਨਾਲ ਮੌਜੂਦ ਦੋਸਤਾਂ ਦੇ ਵਿਚਾਲੇ ਕੀ ਕੁਝ ਗੱਲਬਾਤ ਹੋ ਰਹੀ ਸੀ, ਉਹ ਸਭ ਕੁਝ ਸਿੱਧੂ ਦੇ ਦੋਸਤਾਂ ਦੇ ਵੱਲੋਂ ਬਿਆਨ ਕੀਤਾ ਗਿਆ ਹੈ। ਸਿੱਧੂ ਦੇ ਦੋਸਤਾਂ ਨੇ ਬਿਆਨ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਦੱਸਿਆ। ਬਣਾਵਾਲੀ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇ ਤੇ ਉਹ ਲੁਧਿਆਣਾ ਪਹੁੰਚੇ ਸੀ ਡੀਐਮਸੀ ਦੇ ਵਿੱਚ ਸਿੱਧੂ ਦੇ ਜ਼ਖਮੀ ਦੋਸਤਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ। ਤਾਂ ਸਿੱਧੂ ਦੇ ਦੋਸਤਾਂ ਨੇ ਦੱਸਿਆ ਕਿ ਗੱਡੀ ਜੋ ਪਿੱਛਾ ਕਰ ਰਹੀ ਸੀ ਸਾਨੂੰ ਅਹਿਸਾਸ ਹੋ ਚੁੱਕਾ ਸੀ। ਦਰਅਸਲ ਜਦੋਂ ਘਰੋਂ ਨਿਕਲਦੇ ਨੇ ਤਾਂ ਉਦੋਂ ਹੀ ਕੋਈ ਗੱਡੀ ਪਿੱਛਾ ਕਰ ਰਹੀ ਸੀ ਤਾਂ ਉਸਦੇ ਦੋਸਤਾਂ ਨੇ ਕਿਹਾ ਕਿ ਗੱਡੀ ਕੋਈ ਆਪਣੇ ਪਿੱਛੇ ਹੈ। ਤਾਂ ਸਿੱਧੂ ਕਹਿੰਦੇ ਨੇ ਕਿ ਕੋਈ ਫੈਨਸ ਹੋਣਗੇ ਕਿਉਂਕਿ ਪਹਿਲਾਂ ਵੀ ਇਸ ਤਰੀਕੇ ਨਾਲ ਘਰੋਂ ਨਿਕਲਦੇ ਸਾਰ ਕੋਈ ਗੱਡੀਆਂ ਨਾਲ ਤੁਰਨ ਲੱਗ ਪੈਂਦੀਆਂ ਸੀ ਕਿ ਸਿੱਧੂ ਦੇ ਫੈਨਸ ਹੁੰਦੇ ਸਨ ਕਿ ਜਿੱਥੇ ਸਿੱਧੂ ਰੁਕੇਗਾ ਤਾਂ ਅਸੀਂ ਉੱਥੇ ਉਹਨਾਂ ਦੇ ਨਾਲ ਫੋਟੋ ਖਿਚਵਾ ਲਵਾਂਗੇ ਤੇ ਇਸ ਤਰੀਕੇ ਨਾਲ ਲੋਕ ਫੋਟੋ ਖਿਚਵਾਉਂਦੇ ਰਹੇ ਸੀ। ਤਾਂ ਸਿੱਧੂ ਨੇ ਕਿਹਾ ਕਿ ਫੈਨਸ ਹੋਣਗੇ ਫੋਟੋ ਖਿਚਵਾਉਣ ਵਾਲੇ ਤਾਂ ਆਪਾਂ ਆਪਣੇ ਕੰਮ ਚੱਲੇ ਆ ਉੱਥੇ ਹੀ ਜਾਂਦੇ ਰਹੀਏ। ਤਾਂ ਉਹ ਜਾਂਦੇ ਰਹੇ ਪਰ ਇੱਕ ਮੋੜ ਦੇ ਉੱਤੇ ਆ ਕੇ ਅਹਿਸਾਸ ਹੋ ਗਿਆ ਕਿ ਨਹੀਂ, ਇਹ ਫੋਟੋ ਖਿਚਵਾਉਣ ਵਾਲੇ ਫੈਨ ਨਹੀਂ ਹੈਗੇ ਬਲਕਿ ਇਹ ਕੋਈ ਗਲਤ ਅਨਸਰ ਨੇ ਜੋ ਹਮਲਾ ਕਰਨ ਦੇ ਇਰਾਦੇ ਨਾਲ ਕਿਤੇ ਨਾ ਕਿਤੇ ਪਹੁੰਚੇ ਹੋਏ ਨੇ। ਤਾਂ ਉਸ ਤੋਂ ਬਾਅਦ ਗੱਡੀ ਦੇ ਥਾਰ ਗੱਡੀ ਦੇ ਟਾਇਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਕਰੋਲਾ ਕਾਰ ਦੇ ਵਿੱਚ ਸਵਾਰ ਗੈਂਗਸਟਰਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਸਿੱਧੂ ਨੇ ਵੀ 2 ਫਾਇਰ ਕੱਢੇ। ਉਹਨਾਂ ਦੇ ਪਿਸਤੌਲ ਦੇ ਵਿੱਚ ਸਿਰਫ 2 ਹੀ ਜਿਹੜੇ ਗੋਲੀਆਂ ਸੀ ਉਹਨਾਂ ਨੇ 2 ਫਾਇਰ ਕੱਢੇ। ਤਾਂ ਉਸ ਤੋਂ ਬਾਅਦ ਅੰਨ੍ਹੇਵਾਹ ਫਾਇਰਿੰਗ ਹੋਈ ਤੇ ਸਿੱਧੂ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ। ਚੱਲਣ ਦਾ ਮੈਂ ਪੁੱਛਿਆ ਵੀ ਕੀ ਕਿਸ ਤਰ੍ਹਾਂ ਪ੍ਰੋਗਰਾਮ ਸੀ, ਕੀ ਪ੍ਰੀ ਪਲੈਨਿੰਗ ਸੀ, ਤੁਸੀਂ ਉੱਥੇ ਹੀ ਜਾਣਾ ਸੀ ਜਾਂ ਕਿਸੇ ਨੂੰ ਦੱਸਿਆ ਸੀ? ਤਾਂ ਉਹ ਕਹਿੰਦੇ ਸਾਰਾ ਦਿਨ ਹੀ ਘਰ ਸੀ, ਕੋਈ ਇਹੋ ਜਿਹੀ ਪਲੈਨਿੰਗ ਹੀ ਨਹੀਂ ਸੀਗੀ ਵੀ ਅਸੀਂ ਉੱਥੇ ਜਾਣਾ। ਤਾਂ ਸਿੱਧੂ ਨੇ ਕਿਹਾ ਕਿ ਮਾਸੀ ਦਾ ਪਤਾ ਲੈ ਕੇ ਆਉਣੇ ਆ। ਤਾਂ ਪਹਿਲਾਂ ਉਹਨਾਂ ਨੇ ਇੱਕ ਦੂਜੀ ਗੱਡੀ ਕੱਢੀ ਆ ਸ਼ਾਇਦ ਪਜੈਰੋ ਤੇ ਉਹਦਾ ਟਾਇਰ ਪੰਚਰ ਸੀਗਾ। ਪਹਿਲਾਂ ਪਜੈਰੋ ਗੱਡੀ ਕਿਉਂਕਿ ਹੁਣ ਤੱਕ ਚਰਚਾ ਸੀ ਫੋਰਚੂਨਰ ਬੁਲਟ ਪ੍ਰੂਫ ਗੱਡੀ ਹੈ। ਨਹੀਂ ਦੂਸਰੀ ਪਜੈਰੋ ਗੱਡੀ ਕੱਢੀ ਆ, ਉਹਦਾ ਪਜੈਰੋ ਗੱਡੀ ਟਾਇਰ ਪੰਚਰ ਸੀਗਾ ਉਹਦਾ। ਤਾਂ ਉਹ ਟਾਇਰ ਪੰਚਰ ਸੀ। ਸਿੱਧੂ ਤੁਸੀਂ ਜਾਣਦੇ ਹੋ ਕਿ ਟਰੈਕਟਰ ਚਲਾਉਣ ਦਾ, ਗੱਡੀਆਂ ਚਲਾਉਣ ਦਾ ਸ਼ੌਕੀਨ ਸੀ। ਉਹ ਕਹਿੰਦਾ ਵੀ ਥਾਰ ਨਹੀਂ ਕਦੇ ਲੈ ਕੇ ਗਏ, ਥਾਰ ਤੇ ਚੱਲਦੇ ਆ। ਤਾਂ ਜਦੋਂ ਉਹਨਾਂ ਨੇ ਕਹਿੰਦੇ ਥਾਰ ਕੱਢੀ ਆ ਤੇ ਥਾਰ ਕੰਜਸਟਡ ਹੁੰਦੀ ਆ ਥੋੜੀ ਜਿਹੀ, ਤੁਸੀਂ ਵੇਖੋ ਪਿੱਛੇ ਇੱਕੋ ਹੀ ਬੰਦਾ ਬੈਠ ਸਕਦਾ, ਅੱਗੋਂ ਦੀ ਦੋ ਬਹਿੰਦੇ ਆ। ਤਾਂ ਉਸ ਟਾਈਮ ਕੀ ਹੋਇਆ ਕਿ ਤਿੰਨੋਂ ਇਹਨਾਂ ਨੇ ਥਾਰ ਦੇ ਉੱਤੇ ਤਿੰਨੋਂ ਗਏ ਤਾਂ ਚੌਥੇ ਨੂੰ ਜਿਹੜਾ ਸੀਗਾ ਗਨਮੈਨ ਕਹਿੰਦੇ ਤਾਂ ਉਹ ਸਿੱਧੂ ਨੇ ਕਹਿਤਾ ਕਿ ਜਗ੍ਹਾ ਹੈ ਨਹੀਂ, ਆਪਾਂ ਹੁਣ ਤਾਂ ਆ ਜਾਣਾ ਕਿਉਂਕਿ ਰਸਤਾ ਹੀ ਸਿਰਫ ਨਾਲ ਹੀ ਤਾਂ ਹੈ ਵੀ ਆਪਾਂ ਹੁਣੇ ਹੀ ਆ ਜਾਣਾ। ਸਿੱਧੂ ਮੂਸੇਵਾਲੇ ਨੇ ਗਨਮੈਨ ਨੂੰ ਕਿਹਾ, ਸਿੱਧੂ ਨੇ ਕਿਹਾ ਵੀ ਆਪਾਂ ਹੁਣੇ ਹੀ ਆ ਜਾਣਾ, ਤੁਸੀਂ ਰਹੋ। ਤਾਂ ਉਹ ਕਹਿੰਦੇ ਵੀ ਅਸੀਂ ਤਿੰਨੋਂ ਨਿਕਲ ਗਏ। ਤੁਸੀਂ ਵੇਖੋਗੇ, ਤੁਸੀਂ ਵੇਖਿਆ ਹੋਣਾ ਸਿੱਧੂ ਦੀ ਹਵੇਲੀ ਤੋਂ ਲੈ ਕੇ ਜਦੋਂ ਮੇਨ ਰੋਡ ਆਉਣੇ ਆ ਸਿਰਫ 500 ਮੀਟਰ ਦਾ ਰਸਤਾ, 500 ਤੋਂ ਵੀ ਘੱਟ ਮੀਟਰ ਦਾ। ਜਦੋਂ ਮੇਨ ਰੋਡ ਤੇ ਚੜੇ ਆ ਤਲਵੰਡੀ ਟੂ ਮਾਨਸਾ ਰੋਡ ਆ ਜਿਹੜੀ ਮੇਨ, ਤਾਂ ਉਹ ਥੋੜੀ ਦੂਰ ਹੀ ਗਏ ਆ ਮਾਨਸਾ ਵਾਲੀ ਸਾਈਡ ਨੂੰ। ਤਾਂ ਪਿੱਛੋਂ ਇੱਕ ਗੱਡੀ ਨੇ ਚਾਣ ਚੱਕ ਕਹਿੰਦੇ ਪਿੱਛਾ ਕਰਨਾ ਸ਼ੁਰੂ ਕਰਤਾ। ਇਹ 2 ਗੱਡੀਆਂ ਸੀਗੀਆਂ, ਦੋਵਾਂ ਚੋਂ ਬਲੈਰੋ, ਇੱਕ ਜਿਹੜੀ ਕਰੋਲਾ ਗੱਡੀ ਨੇ ਪਿੱਛਾ ਕਰਨਾ ਸ਼ੁਰੂ, ਇੱਕ ਗੱਡੀ ਨੇ ਪਿੱਛਾ ਕਰਨਾ ਕਹਿੰਦੇ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਜਦੋਂ ਘਰੋਂ ਬਾਹਰ ਨਿਕਲੇ 300 ਮੀਟਰ ਤੋਂ ਖੱਬੇ ਹੱਥ ਮੁੜੇ ਜਿਵੇਂ ਮੇਨ ਰੋਡ ਤੇ। ਤਾਂ ਕਈ ਵਾਰੀ ਇਹ ਹੁੰਦਾ ਕਿ ਉਹ ਕਹਿੰਦੇ ਅਸੀਂ ਵੀ ਆਖਿਆ ਵੀ ਗੱਡੀ ਲੱਗਦਾ ਪਿੱਛੇ ਆ। ਤਾਂ ਸਿੱਧੂ ਦੇ ਫੈਨ ਬੜੇ ਆ ਵੀ ਸਿੱਧੂ ਜਦੋਂ ਘਰੋਂ ਨਿਕਲਦਾਗਾ ਫੈਨ ਫੋਟੋ ਕਰਾਉਣ ਨੂੰ ਮਿਲਣ ਵਾਸਤੇ ਪਿੱਛੇ ਲਾ ਲੈਂਦੇ ਆ ਗੱਡੀਆਂ। ਤਾਂ ਸਿੱਧੂ ਨੇ ਕਿਹਾ ਵੀ ਕੋਈ ਫੈਨ ਹੋਊਗਾ ਤੇ ਉਹਨੇ ਗੱਡੀ ਪਿੱਛੇ ਲਾਤੀ ਤੇ ਉਹਨੂੰ ਜਾਣੀ ਕਿ ਇੱਕ ਵਾਰੀ ਸੀਰੀਅਸ ਨਹੀਂ ਲਿਆ। ਤਾਂ ਅਹਿਸਾਸ ਤਾਂ ਹੋ ਚੁੱਕਿਆ ਸੀ ਕਿ ਕੋਈ ਪਿੱਛਾ ਕਰ ਰਿਹਾ ਔਰ ਗਲਤ ਅਨਸਰ ਨੇ। ਇਹ ਵੀ ਤੁਹਾਨੂੰ ਦੱਸੀਏ ਕਿ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਕੀਤਾ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ 500 ਮੀਟਰ ਪਹਿਲਾਂ ਵੀ ਜਿੱਥੇ ਪੂਰੀ ਘਟਨਾ ਵਾਪਰੀ ਉਸ ਤੋਂ ਕਰੀਬ ਅੱਧਾ ਕਿਲੋਮੀਟਰ ਪਹਿਲਾਂ ਵੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਰੋਲਾ ਦੇ ਵੱਲੋਂ। ਤੇ ਉਸ ਤੋਂ ਬਾਅਦ ਜਦੋਂ ਨਹੀਂ ਉਹ ਓਵਰਟੇਕ ਕਰ ਸਕਿਆ ਤਾਂ ਉਸ ਤੋਂ ਬਾਅਦ ਫਿਰ ਰੌਂਗ ਸਾਈਡ ਤੋਂ
यानी जे गड्डी सीधी जा रही है तो फिर उसके रॉन्ग साइड तो आप खब्बे पासे जाने हैं, गड्डी दे हेठां तो रॉन्ग साइड तो ओवरटेक किया गया। गड्डी बराबर करके थार दे टायर दे उत्ते फायरिंग की गई। मूसेवाला ने कहा कि जो फायरिंग हुई तो उस तो बाद मूसेवाला ने जवाबी 2 फायर भी कटे ते इस विचाले मूसेवाला अपने दोस्तों को कहते हैं कि डरो ना, हौसला रखो। सिद्धू मूसेवाला ने हवाई फायर भी इस विचाले 2 कटे। मूसेवाला दे पिस्टल दे विच सिर्फ 2 ही गोलियां सी ਤਾਂ ਇਸ ਦੇ ਪਿੱਛੇ ਵਜ੍ਹਾ ਵੀ ਦੱਸ ਰਹੇ ਨੇ ਵਿਧਾਇਕ ਤੇ ਕਹਿ ਰਹੇ ਨੇ ਕਿ ਪਿਤਾ ਨਾਲ ਗੱਲਬਾਤ ਹੋਈ ਹੈ ਤੇ ਪਿਤਾ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਦੋਸਤ ਜਾਂ ਕੋਈ ਉਹਨਾਂ ਨੂੰ ਮਿਲਣ ਘਰ ਆਇਆ ਸੀ, ਵੈਪਨ ਲੈ ਕੇ ਆਇਆ ਸੀ, ਉਸਨੇ ਆਪਣੇ ਵੈਪਨ ਦੇ ਕੁਝ ਫਾਇਰ ਚਲਾਏ ਤਾਂ ਸਿੱਧੂ ਨੇ ਆਪਣੀ ਪਿਸਤੌਲ ਦੇ ਕੁਝ ਫਾਇਰ ਕੱਢੇ ਤਾਂ ਇਸ ਵਿਚਾਲੇ ਉਸ ਤੋਂ ਬਾਅਦ ਰੀਲੋਡ ਨਹੀਂ ਕੀਤੀ, ਸਿਰਫ 2 ਹੀ ਗੋਲੀਆਂ ਉਸ ਦੇ ਵਿੱਚ ਬਾਕੀ ਸੀ। ਤਾਂ ਮੂਸੇਵਾਲਾ ਕਤਲकांड ਦੀ ਕਹਾਣੀ ਉਸਦੇ ਦੋਸਤਾਂ ਦੀ ਜ਼ੁਬਾਨੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹਨਾਂ ਦੋਸਤਾਂ ਨੂੰ ਮਿਲ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ, ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਕਿ ਆਖਿਰ ਉਸ ਸਮੇਂ ਹੋਇਆ ਕੀ। 5 ਵਜੇ ਤੋਂ ਲੈ ਕੇ 5:30 ਤੱਕ ਅੱਧੇ ਘੰਟੇ ਦੇ ਵਿੱਚ ਆਖਿਰ ਕੀ ਕੁਝ ਹੋਇਆ। ਤਾਂ ਸਿੱਧੂ ਮੂਸੇਵਾਲਾ ਤੇ ਉਸਦੇ ਦੋਸਤਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਇਸ ਪੂਰੀ ਵਾਰਦਾਤ ਦੇ ਜਦੋਂ ਅੰਜਾਮ ਦਿੱਤਾ ਗਿਆ ਉਸ ਤੋਂ ਕੁਝ ਮਿੰਟ ਪਹਿਲਾਂ ਕਿ ਜਿਹੜੇ ਲੋਕ ਆਏ ਨੇ ਇਹ ਗਲਤ ਅਨਸਰ ਨੇ ਔਰ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ, ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਸਕਦਾ ਹੈ। ਪਰ ਸ਼ਾਇਦ ਇੰਨਾ ਜ਼ਿਆਦਾ नहीं सोचा होगा सिद्धू मूसेवाला ते उन्होंने दोस्तों ने कि इन्ना जबरदस्त हमला होएगा और इस तरीके के हथियारों का इस्तेमाल किया जाएगा। ਸਿੱਧੂ ਨੇ ਉੱਥੇ ਸਲੋ ਕਰਕੇ ਗੱਡੀ ਬਰਨਾਲੇ ਵਾਲੇ ਪਾਸੇ ਨੂੰ ਮੋੜੀ ਤਾਂ ਗੱਡੀ ਨੂੰ ਬਰਾਬਰ ਉਹਨਾਂ ਨੇ ਇੱਕਦਮ ਬਰਾਬਰ ਲਾ ਕੇ ਟਾਇਰ 'ਚ ਗੋਲੀਆਂ ਮਾਰੀਆਂ। ਪਹਿਲੀਆਂ ਗੋਲੀਆਂ ਉਹਨਾਂ ਨੇ ਟਾਇਰ 'ਚ ਮਾਰੀਆਂ, ਸਿੱਧੂ ਦੇ ਨਹੀਂ ਮਾਰੀਆਂ। ਨਹੀਂ, ਟਾਇਰਾਂ 'ਚ ਵੱਜੀ ਆ ਤਾਂ ਜਦੋਂ ਗੱਡੀ ਅੱਗੇ ਨਾ ਜਾ ਸਕੇ। ਹਾਂ, ਜਦੋਂ ਟਾਇਰ 'ਚ ਗੋਲੀ ਵੱਜੀ ਤਾਂ ਸਿੱਧੂ ਅਲਰਟ ਹੋਇਆ। ਸਿੱਧੂ ਨੇ ਆਪਦਾ ਜਿਹੜਾ ਵੀ ਉਹਦੇ ਕੋਲੇ ਵੈਪਨ ਸੀ 45 ਬੋਰ ਤਾਂ ਉਹਨੇ ਵੈਪਨ ਦੇ ਨਾਲ ਅਲਰਟ ਹੋ ਕੇ ਫਾਇਰ ਵੀ ਕੀਤੇ ਆ ਵੀ ਸ਼ਾਇਦ ਕੋਈ ਡਰ ਜੇ ਵੀ ਫਾਇਰ ਉਦੋਂ ਬਿਲਕੁਲ ਬਰਾਬਰ ਸੀ ਫਾਇਰ ਹੋਏ ਆ ਤਾਂ ਫਾਇਰ ਸਿੱਧੂ ਨੇ ਫਾਇਰ ਕੀਤਾ ਜਦੋਂ ਦੀ ਟਾਇਰ ਤੇ ਗੱਡੀ ਦੇ ਟਾਇਰ ਤੇ ਲੱਗੀ ਫਿਰ ਸਿੱਧੂ ਨੇ ਫਾਇਰ ਕੀਤਾ। ਸਿੱਧੂ ਨੇ ਅੱਗੋਂ ਫਾਇਰ ਕੀਤਾ। ਕਿੰਨੇ ਫਾਇਰ ਕੀਤੇ? 2 ਫਾਇਰ ਹੀ ਹੋਏ ਆ ਕਿਉਂਕਿ ਉਹਦੇ ਕੋਲੇ ਕਾਰਤੂਸ ਸੀ 2 ਸੀ। ਕਾਰਤੂਸ 2 ਸੀ, ਪੂਰੀ ਭਰੀ ਨਹੀਂ ਹੋਈ ਸੀ। ਨਹੀਂ 2 ਹੀ ਸੀਗੇ ਉਹਦੇ ਚ। 2 ਫਾਇਰ ਹੋਇਆ। ਜਦੋਂ ਫਾਇਰ ਹੋਇਆ ਤਾਂ ਫਿਰ ਉਹਨਾਂ ਨੇ ਗੱਡੀ ਇੱਕਦਮ ਅੱਗੇ ਕੱਢ ਲਈ ਕਹਿੰਦੇ। ਫਿਰ ਕੱਢ ਕੇ ਦੁਬਾਰੇ 2 ਫਾਇਰ ਹੋਏ ਉਹਨਾਂ ਦੀ ਗੱਡੀ ਤੇ ਲੱਗਾ। ਨਹੀਂ ਉਹ ਸਿੱਧੂ ਨੇ ਇਹ ਸੀਗਾ ਨਾ ਵੀ ਇਹ ਜਿਹੜੇ ਬੰਦੇ ਹੈਗੇ ਇੱਕ ਵਾਰੀ ਡਰਾਮਾ ਵੀ ਮੇਰੇ ਕੋਲੇ 20 ਰਿਵਾਲਵਰ ਹੈ, ਮੇਰੇ ਕੋਲੇ ਵੈਪਨ ਹੈ। ਸਿੱਧੂ ਨੇ ਹਵਾ 'ਚ ਉੱਪਰ ਫਾਇਰ ਕੀਤਾ। ਸਿੱਧੂ ਨੇ ਫਾਇਰ ਕੀਤਾ ਕਿਉਂਕਿ ਤੁਸੀਂ ਵੇਖੋਗੇ ਜਿਹੜੇ ਪਾਸੇ ਸਿੱਧੂ ਚਲਾ ਕੇ ਜਾ ਰਿਹਾ ਹੈਗਾ ਉਹ ਓਵਰਟੇਕ ਤਾਂ ਦੂਜੀ ਸਾਈਡ ਕਰ ਰਹੇ ਸੀ ਨਾ ਜਦੋਂ ਫਾਇਰ ਹੋਇਆਗਾ ਤਾਂ ਸਿੱਧੂ ਨੇ ਲੱਗਿਆ ਵੀ ਇੱਕ ਵਾਰੀ ਡਰਾਮਾ ਵੀ ਡਰਨਗੇ ਵੈਪਨ ਆ ਬਟ ਉਹ 2 ਹੀ ਉਹਦੇ ਕੋਲੇ। ਸਿੱਧੂ ਨੇ ਮਾਈਂਡ 'ਚ ਇਹ ਸੀਗਾ ਵੀ ਮੇਰਾ ਵੈਪਨ ਫੁੱਲ ਲੋਡ ਆ ਜਿਹੜੀ ਮੇਨ ਗੱਲ ਆ। ਪਰ ਜਦੋਂ ਫੇਰ ਫਾਇਰ ਨਾ ਹੋਇਆ ਉਸ ਟਾਈਮ ਜਦੋਂ ਫਾਇਰ ਹੋਇਆ ਅੱਗੇ ਲੰਘ ਗਈ ਗੱਡੀ ਤਾਂ ਜਦੋਂ ਫਾਇਰ ਨਾ ਹੋਇਆ ਉਹਨਾਂ ਨੇ ਅੱਗੋਂ ਗੱਡੀ ਫੇਰ ਰੋਕ ਕੇ ਫਿਰ ਉਤਰ ਕੇ ਕਹਿੰਦੇ ਵੀ ਫਿਰ ਤਾਂ ਨਾ ਸਾਨੂੰ ਨਹੀਂ ਪਤਾ ਲੱਗਾ ਜਿਵੇਂ ਧੂਆਂ ਨਹੀਂ ਉੱਠਦਾ ਹੁੰਦਾ ਇੱਕਦਮ ਇੰਨਾ ਵੈਪਨ ਦਾ ਇੰਨੇ ਜ਼ੋਰ ਦੀ ਗੋਲੀਬਾਰੀ ਹੋਈ ਆ। ਕਿੰਨੀ ਜ਼ਬਰਦਸਤ ਫਾਇਰਿੰਗ ਹੋਈ ਹੈ ਕਿ ਦੋਸਤ ਕਹਿ ਰਹੇ ਨੇ ਕਿ ਜਦੋਂ ਫਾਇਰਿੰਗ ਹੋਈ ਤਾਂ ਲੱਗਿਆ ਕਿ ਗੱਡੀ ਦੇ ਵਿੱਚ ਜਿਵੇਂ ਧੂਆਂ ਹੀ ਧੂਆਂ ਹੋ ਗਿਆ। ਇੰਨੀ ਜ਼ਬਰਦਸਤ ਫਾਇਰਿੰਗ ਹੋਈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਜੁੜੀ ਇੱਕ ਹੋਰ ਵੱਡੀ ਖਬਰ ਦੱਸਦੇ ਹਾਂ, ਇੱਕ ਹੋਰ ਵੱਡਾ ਖੁਲਾਸਾ ਜੋ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਜੋ ਜ਼ਖਮੀ ਹੋਏ ਨੇ ਸਿੱਧੂ ਦੇ ਨਾਲ ਗੱਡੀ 'ਚ ਸਵਾਰ ਸੀ ਤੇ ਉਹਨਾਂ ਨੇ ਕਿਹਾ ਕਿ ਕਰੋਲਾ ਗੱਡੀ ਵਾਲਿਆਂ ਨੇ ਪਹਿਲਾਂ ਫਾਇਰਿੰਗ ਕੀਤੀ ਹੈ। ਬਲੈਰੋ ਗੱਡੀ ਬਾਰੇ ਸਾਨੂੰ ਪਤਾ ਹੀ ਨਹੀਂ ਸੀ। ਹਾਈਟੈਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਥਾਰ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਸੀ। ਇੱਕ ਵਾਰ ਫਾਇਰਿੰਗ ਬੰਦ ਹੋਣ ਤੇ ਮੁੜ ਤੋਂ ਫਾਇਰਿੰਗ ਕੀਤੀ ਗਈ। ਸਿੱਧੂ ਦੀ ਮੌਤ ਹਮਲਾਵਰਾਂ ਨੇ ਯਕੀਨ ਨਹੀਂ ਕੀਤੀ। ਕਰੀਬ 2 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ ਔਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਵੱਡਾ ਖੁਲਾਸਾ ਹੈ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹੋਇਆ ਕਿ ਜਦੋਂ ਅੰਡਰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਕਰੋਲਾ ਗੱਡੀ ਦੇ ਵਿੱਚੋਂ ਪਹਿਲਾਂ ਫਾਇਰ ਕੱਢੇ ਜਾਂਦੇ ਨੇ ਔਰ ਸਿੱਧੂ ਮੂਸੇਵਾਲਾ ਦੀ ਥਾਰ ਦੇ ਟਾਇਰਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਟਾਇਰਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਗੱਡੀ ਉੱਥੇ ਰੁਕਦੀ ਹੈ। ਸਿੱਧੂ 2 ਫਾਇਰ ਕੱਢਦੇ ਨੇ ਤਾਂ ਫਿਰ ਕਰੋਲਾ ਦੇ ਵਿੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵਿਚਾਲੇ ਫਿਰ ਬਲੈਰੋ ਪਹੁੰਚਦੀ ਹੈ ਜਿਸ ਦੇ ਵਿੱਚੋਂ ਨਿਕਲ ਕੇ ਫਾਇਰਿੰਗ ਕਰਦੇ ਨੇ ਬਦਮਾਸ਼। ਤੇ ਇਹ ਵੀ ਦੱਸਿਆ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ ਤਾਬੜਤੋੜ ਫਾਇਰਿੰਗ ਕੀਤੀ ਗਈ। ਜ਼ਬਰਦਸਤ ਫਾਇਰਿੰਗ ਸੀ ਤੇ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ ਸਿੱਧੂ ਦਾ ਦੋਸਤ ਉਹ ਕਿਉਂਕਿ ਸਿੱਧੂ ਦੀ ਸੀਟ ਔਰ ਜਿਹੜੀ ਪਿਛਲੇ ਵਾਲੀ ਸੀਟ ਹੈ ਥਾਰ ਦੀ ਉਹਦੇ ਵਿਚਾਲੇ ਹੇਠਾਂ ਡਿੱਗ ਗਿਆ ਸੀ। ਉਸਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਸਿਰ ਨੀਚੇ ਕਰ ਲਿਆ ਤਾਂ ਉਹਨੇ ਕਿਹਾ ਕਿ ਜਦੋਂ ਕੁਝ ਸੈਕਿੰਡ ਬਾਅਦ ਫਾਇਰਿੰਗ ਰੁਕੀ ਤਾਂ ਉਸਨੂੰ ਲੱਗਿਆ ਕਿ ਹੁਣ ਗੋਲੀਬਾਰੀ ਰੁਕ ਗਈ ਹੈ। ਉਸਨੇ ਦੁਬਾਰਾ ਸਿਰ ਉੱਪਰ ਚੱਕ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੁਬਾਰਾ ਤਾਬੜਤੋੜ ਫਾਇਰਿੰਗ ਸ਼ੁਰੂ ਹੋ ਗਈ। ਇਹ ਵੀ ਦੱਸਦੇ ਨੇ ਸਿੱਧੂ ਦੇ ਦੋਸਤ ਕਿ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਸੀ ਵਾਪਸ ਆਏ ਸਿੱਧੂ ਦੇ ਕੋਲ ਯਕੀਨੀ ਕਰਨ ਦੇ ਲਈ ਕਿ ਸਿੱਧੂ ਬਚਿਆ ਤਾਂ ਨਹੀਂ ਤਾਂ ਉਦੋਂ ਵੀ ਦੁਬਾਰਾ ਫਾਇਰਿੰਗ ਕੀਤੀ ਗਈ ਸਿੱਧੂ ਮੂਸੇਵਾਲਾ ਦੇ ਉੱਤੇ।
ਬਲੈਰੋ ਵਾਲੇ ਨੇ ਫਾਇਰ ਕੀਤੇ ਜਾਂ ਕਰੋਲਾ ਵਾਲੇ ਨੇ ਫਾਇਰ? ਕਰੋਲਾ ਵਾਲੇ ਨੇ ਅੰਦਰ ਤੋਂ ਫਾਇਰ ਕੀਤੇ। ਹਾਂਜੀ ਕਰੋਲਾ ਵਾਲਿਆਂ ਨੇ। ਬਲੈਰੋ ਤਾਂ ਫਿਰ ਬਾਅਦ ਚ ਆਉਂਦੀ ਹੈ ਨਾ, ਨਾਲ ਹੀ ਆਉਂਦੀ ਹੈ ਬਲੈਰੋ, ਥੋੜਾ ਟਾਈਮ ਬਾਅਦ ਚ ਆਉਂਦੀ ਹੈ। ਫਾਇਰਿੰਗ ਤਾਂ ਕਰੋਲਾ ਵਾਲਿਆਂ ਨੇ ਕਰਕੇ ਗੱਡੀ ਰੋਕ ਲਈ ਸੀ। ਅੱਛਾ। ਬਲੈਰੋ ਔਰ ਇਹ ਵੀ ਜਾਣਕਾਰੀ ਹੈ ਕਿ ਬੋਨਟ ਤੇ ਵੀ ਚੜ ਗਏ ਸੀਗੇ ਜਾਂ ਫਾਇਰਿੰਗ ਸਿਰਫ ਸਿੱਧੂ ਵਾਲੇ ਪਾਸੇ ਹੋ ਰਹੀ? ਮੈਂ ਇਹ ਗੱਲ ਵੀ ਪੁੱਛੀ ਵੀ ਉਹ, ਮੈਂ ਇਹ ਸਪੈਸ਼ਲੀ ਪੁੱਛਿਆ ਵੀ ਉਹਨਾਂ ਨੇ ਮਾਰੀ, ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਉਹ ਤੇ ਚੜੇ ਕਿੰਨਾ, ਕਿਉਂਕਿ ਅਸੀਂ ਤਾਂ ਡਿੱਗ ਪਿਆ, ਉਹ ਪਿਛਲਾ ਗੁਰਵਿੰਦਰ ਡਿੱਗ ਪਿਆ। ਜਿਹੜਾ ਗੁਰਪ੍ਰੀਤ ਆ, ਜਦੋਂ ਸਿੱਧੂ ਦੇ ਬਹੁਤ ਜ਼ਿਆਦਾ ਗੋਲੀਆਂ ਵੱਜੀਆਂ ਤਾਂ ਜਿਹੜਾ ਹੈਗਾ ਸਿੱਧੂ ਗੁਰਪ੍ਰੀਤ ਦੇ ਵਾਲੀ ਪਾਸੇ ਨੂੰ ਝੋਲੀ ਬੁੱਕਲ ਚ ਡਿੱਗ ਪਿਆ ਸੀਗਾ। ਤੇ ਇਸੇ ਕਰਕੇ ਜਿਹੜੀਆਂ ਸਿੱਧੂ ਦੇ ਗੋਲੀਆਂ ਜ਼ਿਆਦਾ ਲੱਗੀਆਂ, ਗੁਰਪ੍ਰੀਤ ਤੇ ਵੀ ਲੱਗੀਆਂ ਨੇ। ਟਾਰਗੇਟ ਸਿੱਧੂ ਹੀ ਸੀ, ਦੋਸਤ ਕੋਈ ਟਾਰਗੇਟ ਨਹੀਂ। ਇਹ ਉਹਨਾਂ ਨੂੰ ਬਿਲਕੁਲ ਪਤਾ ਸੀ ਕਿ ਸਿੱਧੂ ਹੀ ਡਰਾਈਵ ਕਰ ਰਿਹਾ ਤੇ ਸਿੱਧੂ ਹੀ ਟਾਰਗੇਟ ਸੀ, ਸਾਰੀਆਂ ਗੋਲੀਆਂ ਸਿੱਧੂ ਤੇ ਲਾਈਆਂ। ਉਹਨਾਂ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਪਿੱਛੋਂ ਗੁਰਵਿੰਦਰ ਨੇ, ਕਿ ਕਹਿੰਦਾ ਜਦੋਂ ਮੇਰੇ ਗੋਲੀ ਲੱਗੀ ਮੈਂ ਡਿੱਗ ਪਿਆ ਤੇ ਬਾਈ ਜਦੋਂ ਗੁਰਪ੍ਰੀਤ ਦੀ ਬੁੱਕਲ ਚ ਡਿੱਗ ਪਿਆ ਤੇ ਇੱਕ ਵਾਰੀ ਗੋਲੀ ਬੰਦ ਹੋ ਗਈ, ਬਿਲਕੁਲ ਬੰਦ ਹੋ ਗਈ, ਤਾਂ ਮੈਂ ਸਿਰ ਚੱਕਿਆ, ਮੈਂ ਦੇਖਿਆ ਕਿ ਬਾਈ ਲਹੂ ਲੁਹਾਣਾ ਵੀ, ਬਾਈ ਇਸ ਪਾਸੇ ਸਿੱਧਿਆ ਵੀ, ਬਾਈ ਠੀਕ ਆ। ਇੰਨਾ ਚੱਕਣ ਦੀ ਦੇਰ ਸੀ, ਕਹਿੰਦਾ ਵੀ ਮੈਨੂੰ ਪਤਾ ਲੱਗਾ ਕਿਉਂਕਿ ਫੇਰ ਤੁਰਿਆ ਆਉਂਦੇ ਸੀ ਉਹ, ਦੁਬਾਰਾ ਫੇਰ ਫਾਇਰਿੰਗ ਕਰੀ ਆ। ਫੇਰ ਕਹਿੰਦਾ ਮੈਂ ਉਵੇਂ ਫੇਰ ਡਿੱਗ ਪਿਆ, ਦੁਬਾਰੇ ਤਸੱਲੀ ਕਰਕੇ ਗਏ ਆ, ਦੁਬਾਰਾ ਕਰਕੇ ਗਏ ਕਿ ਸਿੱਧੂ ਦੇ ਸਾਹ ਚੱਲਦੇ ਪਏ, ਦੁਬਾਰਾ ਆਏ ਕਿ ਸਿੱਧੂ ਬਚ ਨਾ ਜਾਵੇ। ਇਹ ਇਸ ਕੰਮ ਦੇ ਵਿੱਚ 1-2 ਮਿੰਟ ਲੱਗਿਆ ਜਦੋਂ ਦੁਬਾਰੇ ਫੇਰ ਆਇਆ। ਤਾਂ ਇੱਕ ਹੋਰ ਆ ਵੀ ਦੇਖੋ ਪਬਲਿਕ ਉੱਥੇ ਇੱਕ ਡਰ ਵੀ ਜਾਂਦੀ ਆ, ਤੇ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਸਾਨੂੰ 20 ਮਿੰਟ ਤੱਕ ਕਿਸੇ ਨੇ ਉੱਥੇ ਕੱਢੇ ਹੀ ਨਹੀਂ। ਮੇਰੀ ਮੈਂ ਉੱਥੇ ਚਸ਼ਮਦੀਦ ਸੀਗੇ, ਮੇਰੇ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਸੀਗੇ 20-22 ਮਿੰਟ ਲੱਗ ਗਏ, ਅਸੀਂ ਕੋਸ਼ਿਸ਼ ਕਰ ਰਹੇ ਸੀ, ਕਿਸੇ ਨੇ ਕਾਰ ਨਹੀਂ ਰੋਕੀ, ਕਾਰ ਵੀ ਨਹੀਂ ਰੋਕੀ, ਕਿਸੇ ਨੇ 7-8 ਕਾਰਾਂ ਉਹ ਨਿਕਲ ਗਈਆਂ, ਕਿਸੇ ਨੇ ਕਾਰ ਨਹੀਂ ਰੋਕੀ, 20-22 ਮਿੰਟ ਇਦਾਂ ਨਿਕਲ ਗਏ ਸੀ। ਇੱਕ ਦਹਿਸ਼ਤ ਵੀ ਇੰਨੀ ਪੈ ਗਈ ਸੀ, ਕੋਈ ਰੁਕਿਆ ਵੀ ਨਹੀਂ, ਜਿਹੜੇ ਖੜੇ ਸੀ। ਇੱਕ ਉਹਦੀ ਜਿਹੜੀ ਕਿੰਨੀ ਕੁ ਫਾਇਰਿੰਗ ਹੋਈ ਸੀ? 40-50 ਗੋਲੀਆਂ, ਕਿੰਨੀ ਕੁ ਫਾਇਰਿੰਗ ਹੋਈ ਸੀ? ਕਹਿੰਦੇ ਵੀ 30-40 ਰਾਉਂਡ ਵੀ, ਜਿਵੇਂ ਬਿਲਕੁਲ ਜਿਵੇਂ ਨਹੀਂ ਆਪਾਂ ਦੀਵਾਲੀ ਵੇਲੇ ਇੱਕ ਲੜੀ ਨੂੰ ਅੱਗ ਨਹੀਂ ਲਾ ਦਿੰਦੇ ਪਟਾਕੇ ਨੂੰ, ਇਸ ਤਰ੍ਹਾਂ ਫਾਇਰਿੰਗ ਹੋਈ ਆ। ਤਾਂ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਿਨ ਕੀ ਕੁਝ ਵਾਪਰਿਆ, ਉਸ 30 ਮਿੰਟ ਦੇ ਵਿੱਚ ਕੀ ਕੁਝ ਵਾਪਰਿਆ? ਗੱਡੀ ਦਾ ਪਿੱਛਾ ਕਰ ਰਹੀ ਸੀ ਸਿੱਧੂ ਤੇ ਉਸਦੇ ਸਾਥੀਆਂ ਨੂੰ ਪਤਾ ਸੀ, ਪਰ ਪਹਿਲਾਂ ਲੱਗਿਆ ਕਿ ਇਹ ਫੈਨਸ ਨੇ। ਆਮ ਤੌਰ ਤੇ ਸਿੱਧੂ ਦੇ ਪਿੱਛੇ ਜਾਂਦੇ ਸੀ ਫੈਨਸ ਤਾਂ ਕਿ ਫੋਟੋ ਖਿਚਵਾਈ ਜਾ ਸਕੇ, ਪਰ ਜਦੋਂ ਪਤਾ ਲੱਗਿਆ ਕਿ ਨਹੀਂ ਇਹ ਫੈਨਸ ਨਹੀਂ ਬਲਕਿ ਕੋਈ ਗਲਤ ਆਨਸਰ ਨੇ, ਪਰ ਉਸ ਸਮੇਂ ਤੱਕ ਬਚਾਅ ਦਾ ਮੌਕਾ ਸਿੱਧੂ ਕੋਲ ਜ਼ਿਆਦਾ ਨਹੀਂ ਸੀ। ਨਾ ਬੁਲਟ ਪ੍ਰੂਫ ਗੱਡੀ ਸੀ, ਨਾ ਨਾਲ ਗਨਮੈਨ ਸੀ, ਤੇ ਉਸ ਤੋਂ ਬਾਅਦ ਜਿਹੜੀ ਪਿਸਤੌਲ ਵੀ ਸਿੱਧੂ ਦੇ ਕੋਲ ਸੀ ਉਸ ਦੇ ਵਿੱਚ ਵੀ ਸਿਰਫ 2 ਹੀ ਗੋਲੀਆਂ ਸੀ। ਉਸ ਦਾ ਇਸਤੇਮਾਲ ਵੀ ਸਿੱਧੂ ਨੇ ਕੀਤਾ ਉਹਨੂੰ ਡਰਾਉਣ ਦੇ ਲਈ, ਪਰ ਉਹ ਬਹੁਤ ਧਾਰ ਕੇ ਆਏ ਹੋਏ ਸੀ ਕਿ ਸਿੱਧੂ ਨੂੰ ਟਾਰਗੇਟ ਕਰਨਾ ਹੈ। ਮੂਸੇਵਾਲਾ ਕਤਲकांड ਦੇ ਵਿੱਚ ਨਵੇਂ ਖੁਲਾਸੇ ਹੋਏ ਨੇ ਤੇ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਿੱਧੂ ਦੀ ਥਾਰ ਦਾ ਕਰੋਲਾ ਅਤੇ ਬਲੈਰੋ ਪਿੱਛਾ ਕਰ ਰਹੀਆਂ ਨੇ ਵਾਰਦਾਤ ਤੋਂ ਕਰੀਬ 8 ਮਿੰਟ ਪਹਿਲਾਂ। ਤੇ ਇਹ ਸੀਸੀਟੀਵੀ ਹੈ ਵਾਰਦਾਤ ਤੋਂ 8 ਮਿੰਟ ਪਹਿਲਾਂ ਦੀ। ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਐਤਵਾਰ ਸ਼ਾਮ 5:21 ਦੇ ਉੱਤੇ 1 ਸੈਕਿੰਡ ਤੇ ਮੂਸੇਵਾਲਾ ਦੀ ਥਾਰ ਉਸ ਚੌਂਕ ਦੇ ਵਿੱਚੋਂ ਲੰਘਦੀ ਹੈ ਤੇ ਪੂਰੇ 20 ਸੈਕਿੰਡ ਬਾਅਦ ਹੀ ਤੇਜ਼ ਯਾਨੀ 5:21 ਤੇ 21 ਸੈਕਿੰਡ ਦੇ ਉੱਤੇ ਕਰੋਲਾ ਲੰਘਦੀ ਹੈ ਤੇ ਉਸ ਤੋਂ ਬਾਅਦ ਬਲੈਰੋ ਕਾਰ ਵੀ ਇਸ ਕੈਮਰੇ ਦੇ ਵਿੱਚ ਨਜ਼ਰ ਆਉਂਦੀ ਹੈ। ਬਲੈਰੋ ਦੇ ਸ਼ੀਸ਼ੇ ਬਲੈਕ ਨੇ, ਜਿਸ ਤੋਂ ਕੁਝ ਪਤਾ ਨਹੀਂ ਲੱਗ ਸਕਦਾ ਕਿ ਅੰਦਰ ਕੌਣ ਨੇ ਅਤੇ ਕਿਹੜੇ ਹਥਿਆਰ ਨੇ। ਉਹਦਾ ਤਸਵੀਰਾਂ ਦੇ ਵਿੱਚੋਂ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਮੂਸੇਵਾਲਾ ਦੀ ਥਾਰ ਦੇ ਸ਼ੀਸ਼ੇ ਵੀ ਕਾਲੇ ਨੇ। ਇਸ ਤੋਂ ਸਾਫ਼ ਹੈ ਕਿ ਮੂਸੇਵਾਲਾ ਦੀ ਪੂਰੀ ਰੇਕੀ ਕੀਤੀ ਗਈ। ਕਿ ਮੂਸੇਵਾਲਾ ਖੁਦ ਥਾਰ ਚਲਾ ਰਿਹਾ ਹੈ ਜਾਂ ਕੋਈ ਹੋਰ? ਕੁਝ ਹੋਰ ਇਸ ਤਰ੍ਹਾਂ ਦੇ ਸਵਾਲ ਵੀ ਇਹ ਸੀਸੀਟੀਵੀ ਜ਼ਰੂਰ ਖੜੇ ਕਰ ਰਹੀ ਹੈ।